ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਅਸੀਂ ਆਪਣੀ ਵੀਡੀਓ ਦਾ ਜਿਹੜਾ ਲਾਸਟ ਪਾਰਟ ਹੈ ਗੁਰੂ ਸਾਹਿਬਾਨ ਦੇ ਬਾਰੇ, ਕਿ ਹਿਸਟਰੀ ਆਫ ਪੰਜਾਬ ਦੇ ਵਿੱਚ ਜਿੰਨਾ ਅਸੀਂ ਗੁਰੂ ਸਾਹਿਬਾਨ ਜੀ ਦੇ ਬਾਰੇ ਹੁਣ ਤੱਕ ਸਿੱਖਿਆ ਹੈ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਅਤੇ ਉਹਦੇ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ, ਸਾਡੇ ਲਾਸਟ ਜਿਹੜੇ ਸਿੱਖਾਂ ਦੇ 10ਵੇਂ ਗੁਰੂ ਨੇ, ਉਹਨਾਂ ਦੇ ਬਾਰੇ ਸਾਡੇ ਕੋਲ ਜੋ ਮੇਨ ਡਿਟੇਲ ਹੈ ਉਹ ਹੈ। ਅਤੇ ਉਸ ਤੋਂ ਬਾਅਦ ਇਹਨਾਂ ਦੇ ਦੁਆਰਾ ਜਿਹੜੀਆਂ ਲੜਾਈਆਂ ਲੜੀਆਂ ਗਈਆਂ, ਤਾਂ ਹੀ ਇਸ ਨੂੰ ਮੈਂ ਲਾਸਟ ਵੀਡੀਓ 'ਚ ਕੰਕਲੂਡ ਨਹੀਂ ਕੀਤਾ ਸੀ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ, ਫਿਰ ਥੋੜ੍ਹਾ ਬੰਦਾ ਥੱਕ ਜਾਂਦਾ ਇੰਨੀ ਲੰਬੀ ਵੀਡੀਓ ਦੇਖ ਕੇ। ਸੋ ਅੱਜ ਅਸੀਂ ਛੇਤੀ ਤੋਂ ਛੇਤੀ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਟਾਰਟਿੰਗ ਫਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਇਹ 9 ਸਾਲ ਦੇ ਸੀਗੇ ਜਦੋਂ ਇਹਨਾਂ ਨੇ ਆਪਣੇ ਪਿਤਾ ਸਾਹਿਬ ਨੂੰ ਕਿਹਾ ਸੀ ਕਿ ਤੁਹਾਡੇ ਤੋਂ ਵੱਡਾ ਸਿਆਣਾ ਇਸ ਦੁਨੀਆ 'ਚ ਕੌਣ ਹੋਏਗਾ, ਜਿਸ ਕਰਕੇ ਉਹਨਾਂ ਨੇ ਆਪਣੇ ਕਹਿ ਲਓ ਕਿ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰਨ ਵਾਸਤੇ ਜਾਂ ਪੰਡਤਾਂ ਦੀ ਰੱਖਿਆ ਕਰਨ ਵਾਸਤੇ ਚਾਂਦਨੀ ਚੌਂਕ ਜਾ ਕੇ ਸ਼ਹੀਦੀ ਦਿੱਤੀ ਸੀ। ਗੁਰੂ ਗੋਬਿੰਦ ਸਾਹਿਬ ਜੀ ਦੀ ਮਦਰ ਦਾ ਨਾਮ ਮਾਤਾ ਗੁਜਰੀ ਜੀ, ਜਨਮ ਪਟਨਾ ਬਿਹਾਰ, ਜਿੱਥੇ ਪਟਨਾ ਸਾਹਿਬ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਸੀ। ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ 22 ਦਸੰਬਰ 1666। 22 ਦਸੰਬਰ 1666 ਵਿੱਚ ਇਹਨਾਂ ਦਾ ਬਰਥ ਹੋਇਆ ਸੀ। 7 ਅਕਤੂਬਰ 1708 ਵਿੱਚ ਨੰਦੇੜ ਸਾਹਿਬ ਵਿਖੇ ਇਹਨਾਂ ਦਾ ਅਕਾਲ ਚਲਾਣਾ ਹੋਇਆ ਸੀ। ਨੰਦੇੜ ਸਾਹਿਬ ਮਤਲਬ ਕਿ ਜਿੱਥੇ ਸਾਡੇ ਦੂਸਰੇ ਅਕਾਲ ਤਖਤ ਸਾਹਿਬ ਨੇ। ਲਾਈਫ ਸਪੈਨ 41 ਸਾਲ 9 ਮੰਥ ਅਤੇ 15 ਦਿਨ, ਇਹਨਾਂ ਦੀ ਟੋਟਲ ਉਮਰ ਇੰਨੇ ਸਾਲ ਸੀ। ਗੱਦੀ ਸ਼ੋਭਿਤ ਹੋਏ ਸੀ 11 ਨਵੰਬਰ 1675 ਦੇ ਵਿੱਚ। ਇਹਨਾਂ ਦੀ ਪਤਨੀ ਦਾ ਨਾਮ ਬੀਬੀ ਅਜੀਤ ਕੌਰ ਜੀ, ਬੀਬੀ ਸੁੰਦਰ ਕੌਰ ਜੀ ਅਤੇ ਬੀਬੀ ਸਾਹਿਬ ਕੌਰ ਜੀ। 3 ਪਤਨੀਆਂ ਸਨ ਗੁਰੂ ਸਾਹਿਬਾਨ ਜੀ ਦੀਆਂ। ਇਹ ਉਹਨਾਂ ਦੇ ਤਿੰਨਾਂ ਦੇ ਨਾਮ ਨੇ। ਉਹਨਾਂ ਤੋਂ ਬਾਅਦ ਇਹਨਾਂ ਦੇ 4 ਪੁੱਤਰ ਹੋਏ ਨੇ, ਜੋ ਕਿ ਸਾਡੇ ਥੰਬ ਵੀ ਆਖੇ ਜਾਂਦੇ ਨੇ, ਅਸੀਂ ਇਹਨਾਂ ਨੂੰ ਥੰਬ ਮੰਨਦੇ ਹਾਂ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ। ਅਜੀਤ ਸਿੰਘ ਜੀ ਜਿਹੜੇ ਸੀ ਸਭ ਤੋਂ ਵੱਡੇ ਸਨ, ਫਿਰ ਜੁਝਾਰ ਸਿੰਘ ਜੀ, ਫਿਰ ਜ਼ੋਰਾਵਰ ਸਿੰਘ ਜੀ ਅਤੇ ਫਿਰ ਸਾਹਿਬਜ਼ਾਦਾ ਫਤਿਹ ਸਿੰਘ ਜੀ, ਇਹ ਉਹਨਾਂ ਤੋਂ ਛੋਟੇ ਸਨ। ਉਸ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦਾ ਹੈ ਕਿ ਇਹਨਾਂ ਦੇ ਦੁਆਰਾ ਸਿੱਖ ਪੰਥ ਦੇ ਵਿੱਚ ਕੀ ਕੀ ਚੀਜ਼ਾਂ ਕੀਤੀਆਂ ਗਈਆਂ ਸਨ। ਇਹਨਾਂ ਨੇ ਜਾਪ ਸਾਹਿਬ ਦੀ ਰਚਨਾ ਕੀਤੀ ਹੈ। ਜਾਪ ਉਹਨਾਂ ਨੇ ਸਿਖਾਇਆ ਹੈ ਸਾਨੂੰ, ਕਿਸ ਤਰੀਕੇ ਨਾਲ ਆਪਾਂ ਜਾਪ ਕਰਨਾ ਹੈ, ਜਾਪ ਦਾ ਪ੍ਰੋਸੈਸ ਇਹਨਾਂ ਨੇ ਦੱਸਿਆ ਹੈ। ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਚੌਪਾਈ ਦੀ ਰਚਨਾ ਮੇਨ ਇਹਨਾਂ ਦੇ ਵਿੱਚੋਂ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਗ੍ਰੰਥ ਸਾਹਿਬ ਜੀ ਦੀ ਰਚਨਾ ਇਹਨਾਂ ਵਿੱਚ ਯਾਦ ਰੱਖਣੀ ਚਾਹੀਦੀ ਹੈ। ਠੀਕ ਹੈ। ਦਸਮ ਗ੍ਰੰਥ ਇਹਨਾਂ ਨੇ ਰਚਨਾ ਕੀਤੀ ਹੋਈ ਹੈ। ਉਸ ਤੋਂ ਬਾਅਦ ਸ਼ਬਦ ਹਜ਼ਾਰੇ ਇਹਨਾਂ ਦੀ ਰਚਨਾ ਹੈ। ਠੀਕ ਹੈ। ਫਿਰ ਬਚਿੱਤਰ ਨਾਟਕ ਸਾਵੀਆਂ ਇਹਨਾਂ ਦੇ ਦੁਆਰਾ ਰਚਿਆ ਗਿਆ ਹੈ। ਚੰਡੀ ਦੀ ਵਾਰ ਅਤੇ ਹੋਰ ਇਹਨਾਂ ਨੇ ਕਈ ਇੱਦਾਂ ਦੇ ਮੇਨ ਕੰਮ ਕੀਤੇ। ਜਦੋਂ ਇਹਨਾਂ ਦੇ ਗੁਰੂ ਸਾਹਿਬਾਨ ਜੀ ਦਾ ਸਮਾਂ ਚੱਲਦਾ ਸੀਗਾ, ਉਸ ਵੇਲੇ ਔਰੰਗਜ਼ੇਬ ਅਤੇ ਬਹਾਦਰ ਸਾਹਿਬ ਜਿਹੜੇ ਆ ਕਿ 2 ਮੁਗਲ ਸ਼ਾਸਕ ਹੋਏ ਨੇ। ਇਹਨਾਂ ਨੇ ਸ਼ਹਿਰਾਂ ਜਿਨ੍ਹਾਂ ਦੀ ਰਚਨਾ ਕੀਤੀ ਹੈ, ਦੈਟ ਇਜ਼ ਪੌਂਟਾ ਸਾਹਿਬ, ਜੋ ਕਿ ਯਮੁਨਾ ਨਦੀ ਦੇ ਨੇੜੇ ਹਿਮਾਚਲ ਪ੍ਰਦੇਸ਼ ਦੇ ਨੇੜੇ ਹਨ। ਉਸ ਤੋਂ ਬਾਅਦ ਜੋ ਕਿ 1684 ਵਿੱਚ ਇਹਨਾਂ ਨੇ ਕੀਤੀ ਸੀ ਇਸ ਦੀ ਰਚਨਾ। ਮੁਕਤਸਰ, ਇਹ ਸਾਡੇ ਕੋਲ ਅੱਗੇ ਲਿੰਕ ਦੇ ਵਿੱਚ ਆਏਗਾ, ਯਾਦ ਰੱਖਣਾ। ਤਰੀਕ 1705 ਵਿੱਚ ਮੁਕਤਸਰ ਸਾਹਿਬ ਦੀ ਰਚਨਾ ਹੋਈ ਹੈ। ਦਮਦਮਾ ਸਾਹਿਬ 1706 ਦੇ ਵਿੱਚ ਹੋਈ ਹੈ। ਇਹ ਦੋਨਾਂ ਦੀਆਂ ਨਾਮ ਅਤੇ ਡੇਟਸ ਨੂੰ ਯਾਦ ਰੱਖਣਾ, ਕਿਉਂਕਿ ਇਹ ਸਾਡੇ ਕੋਲ ਅੱਗੇ ਜਾ ਕੇ ਇਹਦੇ ਨਾਲ ਲਿੰਕ ਕਰਦੇ ਹੋਏ ਨਜ਼ਰ ਆਉਣਗੇ ਜਦੋਂ ਅਸੀਂ ਅਕਾਲ ਤਖਤ ਦੇ ਬਾਰੇ ਪੜ੍ਹਾਂਗੇ। ਗੁਰੂ ਸਾਹਿਬਾਨ ਜੀ ਨੇ ਆਪਣੇ ਸਮੇਂ ਦੇ ਟਾਈਮ ਦੇ ਵਿੱਚ ਇਹਨਾਂ ਨੇ ਰਚਨਾ ਜਿਹੜੀਆਂ ਕਿ ਕਹਿ ਲਓ ਕਿ ਲੜਾਈਆਂ ਲੜੀਆਂ ਨੇ। ਅੱਜ ਅਸੀਂ ਉਹਨਾਂ ਦੀ ਗੱਲ ਕਰਾਂਗੇ, ਕਿਉਂਕਿ ਪੇਪਰ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਹੈ ਕਿ ਗੁਰੂ ਸਾਹਿਬਾਨ ਜੀ ਨੇ ਕਿੰਨੀਆਂ ਲੜਾਈਆਂ ਲੜੀਆਂ ਨੇ। ਸੋ ਤੁਹਾਡੇ ਕੋਲ ਜਿਹੜਾ ਅੱਜ ਦਾ ਹੋਮਵਰਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਲਾਵਾ ਹੋਰ ਕਿਹਨਾਂ ਨੇ ਫਾਈਟਸ ਲੜੀਆਂ ਨੇ ਅਤੇ ਕਿੰਨੀਆਂ ਲੜੀਆਂ ਨੇ, ਤੁਸੀਂ ਇਹਨਾਂ ਨੂੰ ਫਾਈਂਡ ਆਊਟ ਕਰਨਾ ਹੈ। ਅਤੇ ਮੈਂ ਅਗਲੀ ਵੀਡੀਓ ਦੇ ਵਿੱਚ ਇਹਦੇ ਵਿੱਚ ਡਿਟੇਲ 'ਚ ਜਵਾਬ ਦਊਂਗਾ ਕਿ ਕਿਹੜੇ ਗੁਰੂ ਸਾਹਿਬ ਨੇ ਕਿੱਥੇ ਲੜਾਈ ਲੜੀ ਹੋਈ ਹੈ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈਆਂ ਲੜੀਆਂ ਨੇ ਟੋਟਲ, ਜੋ ਮੇਰੇ ਕੋਲ ਡਾਟਾ ਹੈ ਉਸ ਦੇ ਅਨੁਸਾਰ 8। ਇਹਨਾਂ ਨੇ ਟੋਟਲ 8 ਲੜਾਈਆਂ ਲੜੀਆਂ ਨੇ। ਪਹਿਲੀ ਲੜਾਈ ਇਹਨਾਂ ਨੇ ਕਿਹੜੀ ਜਗ੍ਹਾ ਲੜੀ, ਦੈਟ ਇਜ਼ ਭੰਗਾਣੀ ਇਨ 1688 ਦੇ ਵਿੱਚ। ਉਸ ਤੋਂ ਬਾਅਦ ਇੱਕ ਸਾਹਿਬ ਗੁਰੂ ਸਾਹਿਬ ਸੀ ਅਤੇ ਦੂਜੇ ਪਾਸੇ ਰਾਜਾ ਭੀਮ ਚੰਦ ਸੀਗੇ, ਜਿਨ੍ਹਾਂ ਨੂੰ ਪਹਾੜੀ ਰਾਜਿਆਂ ਦੇ ਨਾਮ ਨਾਲ ਮਸ਼ਹੂਰ ਨੇ। ਇਹਨਾਂ ਵਿੱਚ ਗੁਰੂ ਸਾਹਿਬ ਜੀ ਦੀ ਜਿੱਤ ਹੋਈ ਸੀ ਅਤੇ ਉਸ ਤੋਂ ਬਾਅਦ ਭੀਮ ਚੰਦ ਅਤੇ ਗੁਰੂ ਸਾਹਿਬ ਜੀ ਦੇ ਵਿੱਚ ਜਿਹੜੀ ਹੈ ਕਿ ਦੋਸਤੀ ਹੋ ਗਈ ਸੀ, ਕਿ ਫਿਰ ਇਕੱਠੇ ਮਤਲਬ ਕਿ ਕਹਿ ਲਓ ਕਿ ਲੜਾਈ ਜਿਹੜੀ ਹੈ ਕਿ ਥੋੜ੍ਹਾ ਲੈਵਲ ਘੱਟ ਗਿਆ ਸੀ। ਪਰ ਉਸ ਤੋਂ ਬਾਅਦ ਸਾਲ 2 ਸਾਲ ਇਹ ਸਾਹਿਬ ਚੱਲਿਆ ਅਤੇ ਫਿਰ ਨਦੌਣ ਸਾਹਿਬ ਦੇ ਵਿੱਚ ਲੜਾਈ ਹੋਈ, ਜੋ ਕਿ 1690 ਦੇ ਵਿੱਚ ਹੋਈ ਹੈ। ਇਹਨਾਂ ਦੀ ਲੜਾਈ ਅਲਿਫ ਖਾਨ ਦੇ ਨਾਲ ਹੋਈ ਸੀ, ਜਿਹਦੇ ਵਿੱਚ ਰਾਜੇ ਅਤੇ ਗੁਰੂ ਸਾਹਿਬ ਇੱਕ ਸਾਈਡ ਦੇ ਸੀ। ਪਿਛਲੀ ਵਾਰੀ ਲੜੇ ਸੀ, ਅਗਲੀ ਵਾਰੀ ਇਕੱਠੇ ਹੋ ਗਏ ਸੀ ਕਿਉਂਕਿ ਦੋਸਤੀ ਹੋ ਚੁੱਕੀ ਸੀ। ਇੱਕ ਸਾਈਡ ਦੇ ਉੱਤੇ ਸੀਗੇ ਅਤੇ ਇਹਦੇ ਵਿੱਚ ਵੀ ਗੁਰੂ ਸਾਹਿਬ ਅਤੇ ਰਾਜਿਆਂ ਦੀ ਜਿੱਤ ਹੋਈ ਸੀਗੀ। ਅਲਿਫ ਖਾਨ ਦੀ ਉੱਥੇ ਵੀ ਹਾਰ ਹੋਈ ਸੀਗੀ। ਉਸ ਤੋਂ ਬਾਅਦ ਅਗਲੀ ਬੈਟਲ ਅਨੰਦਪੁਰ ਸਾਹਿਬ ਦੇ ਵਿੱਚ ਲੜੀ ਗਈ ਸੀ। ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਅਤੇ ਰਾਜਾ ਭੀਮ ਚੰਦ ਅਤੇ ਉਸ ਤੋਂ ਬਾਅਦ
ਥਾਲਾਪੁਰ ਚੰਦ ਦੇ ਮਤਲਬ ਇਹਨਾਂ ਨੇ ਕੀ ਕਹਿ ਲਓ ਕਿ ਕਾਈਂਡ ਆਫ ਕੰਟਰੋਵਰਸੀ ਜਿਹੜੀ ਸੀ ਰਾਜਿਆਂ ਨੇ ਮਿਲ ਕੇ ਕੀਤੀ ਸੀ ਕਿ ਅਸੀਂ ਗੁਰੂ ਸਾਹਿਬ ਨੂੰ ਹਲਾਉਣਾ ਹੈ ਕਿ ਏਰੀਆ ਵਧਾ ਲੈਣਗੇ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਹੋਈਆਂ ਸੀ। ਉਹਦੇ ਵਿੱਚ ਵੀ ਗੁਰੂ ਸਾਹਿਬ ਜੀ ਦੀ ਜਿੱਤ ਹੋਈ ਸੀ ਅਤੇ ਉਸ ਤੋਂ ਬਾਅਦ ਨਿਰਮੋਹ ਸਿੰਘ ਜਿਹੜਾ ਰਾਜਾ ਸੀ ਉਹਨੇ ਆਪਣਾ ਛੱਡ ਦਿੱਤਾ ਹੈ ਕਿ ਹਾਂ ਮੈਂ ਹੁਣ ਇਸ ਤੋਂ ਬਾਅਦ ਜਿਹੜਾ ਹੈ ਕਿ ਰਾਜ ਦਾ ਸ਼ਾਸਨ ਨਹੀਂ ਕਰਾਂਗਾ। ਉਸ ਤੋਂ ਬਾਅਦ ਨਿਰਮੋਹ ਵਿਖੇ ਹੀ ਲੜਾਈ ਹੋਈ ਸੀ। ਹੁਣ ਰਾਜਾ ਭੀਮ ਚੰਦ ਜਿਹੜੇ ਪਹਿਲਾਂ ਕੀ ਦੋਸਤੀ ਦੇ ਨਾਲ ਸੀਗੇ, ਫਿਰ ਉਹ ਗੁਰੂ ਸਾਹਿਬ ਦੇ ਵਿਰੁੱਧ ਫਿਰ ਤੋਂ ਹੋ ਗਏ। ਇਹਦੇ ਵਿੱਚ ਵੀ ਉਹਨਾਂ ਨੂੰ ਕੀ ਹੋਇਆ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਉੱਪਰ ਅਟੈਕ ਕੀਤਾ ਸੀ, ਪਰ ਉਹਨਾਂ ਦੀ ਇੱਥੇ ਵੀ ਹਾਰ ਹੋ ਗਈ ਸੀ। ਉਸ ਤੋਂ ਬਾਅਦ ਬੈਟਲ ਆਫ ਬਸੌਲੀ ਵਿਖੇ ਹੋਈ ਗਈ ਸੀ। ਗੁਰੂ ਸਾਹਿਬ ਜਿਹੜੇ ਸੀਗੇ ਇਹਨਾਂ ਦੀ ਫਿਰ ਤੋਂ ਲੜਾਈ ਰਾਜਾ ਭੀਮ ਚੰਦ ਦੇ ਨਾਲ ਹੀ ਹੋਈ। ਮੋਸਟਲੀ ਇਹ ਲੜਾਈਆਂ ਦੇ ਵਿੱਚ ਕੀ ਹੈ ਕਿ ਪਹਾੜੀ ਰਾਜਿਆਂ ਦੇ ਨਾਲ ਗੁਰੂ ਸਾਹਿਬ ਜੀ ਦੀਆਂ ਜ਼ਿਆਦਾ ਲੜਾਈਆਂ ਹੋਈਆਂ ਸੀ, ਕਿਉਂਕਿ ਪਹਾੜੀ ਰਾਜੇ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਗੁਰੂ ਸਾਹਿਬ ਜੀ ਆਪਣਾ ਜਿਹੜਾ ਹੈ ਕਿ ਏਰੀਆ ਐਕਸਪੈਂਡ ਕਰਨ ਲਈ ਸਾਡੇ ਉੱਤੇ ਹਮਲਾ ਕਰ ਦੇਣਗੇ ਜਾਂ ਇਹ ਸਾਡੇ ਲਈ ਖਤਰਨਾਕ ਨੇ, ਤਾਂ ਇਹ ਸੋਚ ਕੇ ਉਹ ਕਰਦੇ ਰਹੇ ਸਨ। ਫਿਰ ਜਦੋਂ ਸਿੱਖਾਂ ਨੇ ਵਾਪਸ ਅਟੈਕ ਕੀਤਾ ਅਤੇ ਉਹਨਾਂ ਨੇ ਕਲਮੌਰ ਦੇ ਉੱਤੇ ਕਬਜ਼ਾ ਵੀ ਕਰ ਲਿਆ ਸੀਗਾ। ਉਸ ਤੋਂ ਬਾਅਦ ਸਾਡੇ ਕੋਲ ਕਹਿ ਲਓ ਜੀ ਅਗਲੀ ਬੈਟਲ, ਜਿਹੜੀ ਕਿ ਹੁਣ ਦੁਖਦਾਈ 2 ਬੈਟਲਾਂ ਨੇ। ਅਸੀਂ ਇਹਨਾਂ ਸਾਰੇ ਬੜੇ ਚੰਗੀ ਤਰ੍ਹਾਂ ਨਾਲ ਇਹਨਾਂ ਚੀਜ਼ਾਂ ਦੇ ਵਿੱਚ ਵਾਕਫ ਹਾਂ। ਦੈਟ ਇਜ਼ ਅਨੰਦਪੁਰ ਸਾਹਿਬ ਦੀ ਬੈਟਲ, ਜਿੱਥੇ ਕਿ ਰਾਜਾ ਜੀ ਦੀ ਸਾਡੇ ਗੁਰੂ ਸਾਹਿਬ ਜੀ ਦੀ ਰਾਜਿਆਂ ਤੋਂ ਬਾਅਦ ਜਿਹੜੀ ਅਗਲੀ ਬੈਟਲ ਫਾਈਟ ਹੋਈ ਸੀ ਉਹ ਇਹਨਾਂ ਦੇ ਨਾਲ ਹੋਈ ਸੀ। ਅਤੇ ਇੱਥੇ ਗੁਰੂ ਸਾਹਿਬ ਜੀ ਦੇ ਜਿਹੜੇ 2 ਪੁੱਤਰ ਸਨ ਉਹਨਾਂ ਨੂੰ ਵੱਖਰੇ ਹੋ ਗਏ। ਸਿਰਸਾ ਨਦੀ ਕਿਨਾਰੇ ਵਿਛੋੜਾ ਪੈ ਗਿਆ ਸੀ, ਉਹ ਮਾਤਾ ਗੁਜਰੀ ਜੀ ਨਾਲ ਚਲੇ ਗਏ ਸੀ। ਫਿਰ ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਨੂੰ ਜਿੰਦੇ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ। ਅਤੇ ਫਿਰ ਜਦੋਂ ਗੁਰੂ ਸਾਹਿਬ ਦੂਸਰੀ ਸਾਈਡ ਚਮਕੌਰ ਸਾਹਿਬ ਪਹੁੰਚੇ ਸੀਗੇ, ਚਮਕੌਰ ਦੇ ਨਾਲ ਹੀ ਮਤਲਬ ਕਹਿ ਲਓ ਕਿ 2 ਲੜਾਈਆਂ ਸਾਈਮਲਟੇਨੀਅਸਲੀ ਕਿ ਗੁਰੂ ਸਾਹਿਬ ਜੀ ਨੂੰ ਫੋਲੋ ਕਰਦੇ ਹੋਏ ਚੱਲਦੇ ਸੀ। ਉੱਥੇ ਕੀ ਸੀਗੇ, ਸਿਰਫ 35 ਸਿੱਖ ਕਿਲੇ ਦੇ ਅੰਦਰ ਸੀਗੇ, ਜਿਨ੍ਹਾਂ ਨੇ ਲਗਭਗ 10 ਲੱਖ ਜਿਹੜੇ ਕਿ ਫੌਜੀ ਸੀ ਉਹਨਾਂ ਨਾਲ ਸਾਹਮਣਾ ਕੀਤਾ ਸੀ। ਦੇ ਫਾਈਟ ਵੈਰੀ ਬਰੇਵਲੀ, ਮਤਲਬ ਕਿ ਉਹਨਾਂ ਨੇ ਲੜਾਈ ਬੜੀ ਲੜੀ ਹੈ। ਕਈ ਲੱਖਾਂ ਨੂੰ ਉਹਨਾਂ ਨੇ ਕਹਿ ਲਓ ਕਿ ਸ਼ਹਾਦਤ ਕਰਾ ਦਿੱਤੀ ਸੀ। ਸਿਰਫ 35 ਸਿੱਖਾਂ ਨੇ, 40 ਸਿੱਖ ਸਨ, ਉਹਨਾਂ ਦੇ ਵਿੱਚੋਂ 35 ਮੇਨ ਕੀ ਹੈ ਕਿ ਉਹਨਾਂ ਦੀ ਸ਼ਹਾਦਤ ਹੋਈ ਸੀਗੀ। ਅਤੇ ਗੁਰੂ ਸਾਹਿਬ ਜੀ ਵੀ ਬੈਟਲ 'ਚ ਜਾਣਾ ਚਾਹੁੰਦੇ ਸਨ, ਲੇਕਿਨ ਜਿੱਦਾਂ 5 ਪਿਆਰੇ ਦੀ ਰਚਨਾ ਹੋਈ ਸੀ, ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਹੁਕਮ ਕਰ ਦਿੱਤਾ ਸੀ ਕਿ ਤੁਸੀਂ ਇੱਥੋਂ ਚਲੇ ਜਾਓ। ਅਤੇ ਉਹ 5 ਜਣੇ ਉੱਥੋਂ ਚਲੇ ਗਏ ਸੀ, 35 ਨੇ ਉੱਥੇ ਲੜਦੇ ਹੋਏ ਆਪਣੀ ਸ਼ਹਾਦਤ ਪਾਈ ਸੀ। ਕਿ ਸਿੱਖਾਂ ਨੂੰ ਗੁਰੂ ਸਾਹਿਬ ਦੀ ਬੜੀ ਲੋੜ ਹੈ, ਇਹ ਕਹਿ ਕੇ ਗੁਰੂ ਸਾਹਿਬ ਜੀ ਜਾਣ ਲੱਗੇ ਵੀ ਕਹਿ ਕੇ ਗਏ ਸੀ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਓ। ਉਸ ਵੇਲੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਲੇਕਿਨ 35 ਸਿੱਖਾਂ ਨੇ ਉਹ ਜ਼ੋਹਰ ਦਿਖਾਏ ਜੋ ਅੱਜ ਵੀ ਹਰ ਪਾਸੇ ਯਾਦ ਕੀਤੇ ਜਾਂਦੇ ਨੇ। ਉਸ ਤੋਂ ਅੱਗੇ ਸਾਡੇ ਕੋਲ ਕੀ ਹੈ ਕਿ ਉੱਥੇ ਸਾਡੇ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਉਹਨਾਂ ਨੇ ਅਕਾਲ ਚਲਾਣਾ ਹੋਇਆ ਸੀ। ਉਹਨਾਂ ਨੇ ਕਹਿ ਲਓ ਕਿ ਸਿੱਖ ਧਰਮ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ। ਇਹਨਾਂ 2 ਲੜਾਈਆਂ ਦੇ ਵਿੱਚ ਗੁਰੂ ਸਾਹਿਬ ਜੀ ਦੇ 4 ਪੁੱਤਰ ਸ਼ਹੀਦ ਹੋ ਚੁੱਕੇ ਸਨ। ਉਸ ਤੋਂ ਬਾਅਦ ਅਗਲੀ ਬੈਟਲ ਉਹਨਾਂ ਨੇ ਖਿਦਰਾਣਾ ਵਿਖੇ ਲੜੀ ਸੀ, ਜੋ ਕਿ ਸਿੱਖਾਂ ਅਤੇ ਮੁਗਲ ਫੋਰਸਿਸ ਦੇ ਵਿੱਚ ਸੀਗੀ। ਇਹਦੇ ਵਿੱਚ ਸਿੱਖਾਂ ਨੂੰ ਕਹਿ ਲਓ ਕਿ ਘੇਰਾ ਪਾ ਲਿਆ ਸੀ। 40 ਮੁਕਤਿਆਂ ਦੀ ਸਟੋਰੀ ਵੀ ਇਹਦੇ ਵਿੱਚੋਂ ਹੈ, ਤੁਸੀਂ ਸਰਚ ਕਰ ਸਕਦੇ ਹੋ ਜੇ ਕਿਸੇ ਨੂੰ ਨਹੀਂ, ਪਰ ਵੈਸੇ ਤਾਂ ਮਿਲ ਹੀ ਜਾਏਗੀ, ਕਿਉਂਕਿ ਆਪਾਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਦੇ ਵਿਖੇ ਜਾਂ ਆਪਣੇ ਬਚਪਨ ਦੇ ਵਿੱਚ ਵੀ ਆਪਣੇ ਪੇਰੈਂਟਸ ਕੋਲੋਂ ਵੀ ਬੜੀ ਵਾਰ ਇੱਕ ਸਟੋਰੀ ਅਸੀਂ ਸੁਣੀ ਹੋਈ ਹੈ। ਉਹਦੇ ਵਿੱਚ ਗੁਰੂ ਸਾਹਿਬ ਜਿੱਤ ਤਾਂ ਗਏ, ਲੇਕਿਨ 40 ਮੁਕਤਿਆਂ ਦੀ ਕੀ ਹੋਈ ਸੀ, ਉਹਨੇ ਅਕਾਲ ਚਲਾਣਾ ਪ੍ਰਵਾਨ ਕਰ ਗਏ ਸੀ। ਇਹਨਾਂ ਦੇ ਬੇਸਿਸ 'ਤੇ ਜੋ ਮੈਂ ਪਿੱਛੇ ਗੱਲ ਕੀਤੀ ਕਿ ਮੁਕਤਸਰ ਸਾਹਿਬ ਦੀ ਰਚਨਾ ਇਹਨਾਂ ਮੁਕਤਿਆਂ ਨੂੰ ਯਾਦ ਕਰਦੇ ਹੋਏ ਕਿ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ ਸੀਗਾ। ਇਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਸਾਡੇ ਕੋਲ ਰਚਨਾ ਦੇ ਵਿੱਚ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੋਰ ਕੀ ਕੀਤਾ ਸੀ। ਇਹਨਾਂ ਦੀ ਜਦੋਂ ਗੁਰੂ ਸਾਹਿਬ ਜੀ ਅਕਾਲ ਚਲਾਣਾ ਹੋਏ ਨੰਦੇੜ ਸਾਹਿਬ ਦੇ ਵਿਖੇ, ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ। ਇਹਨਾਂ ਨੇ ਕਿਹਾ ਸੀ ਕਿ ਹੁਣ ਇਸ ਤੋਂ ਬਾਅਦ ਕੋਈ ਹੋਰ ਗੁਰੂ ਨਹੀਂ ਹੋਵੇਗਾ, ਅਤੇ ਜਦੋਂ ਵੀ ਸਿੱਖਾਂ ਨੂੰ ਕਿਸੇ ਵੀ ਔਕੜ ਦੀ ਲੋੜ ਪਏਗੀ ਤਾਂ ਉਹ ਕਿਹਨੂੰ ਫੋਲੋ ਕਰ ਸਕਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੋਲੋ ਕਰ ਸਕਦੇ ਆ। ਗੁਰੂ ਗ੍ਰੰਥ ਸਾਹਿਬ ਜੀ ਸਾਡੇ 10ਵੇਂ ਪਿਤਾ ਦੇ ਦੁਆਰਾ ਬਣਾਏ ਗਏ। ਉਹਨਾਂ ਨੇ ਇਸ ਦਾ ਨਾਮ ਆਦਿ ਗ੍ਰੰਥ ਰੱਖਿਆ ਸੀ। ਆਦਿ ਗ੍ਰੰਥ ਰੱਖਣ ਤੋਂ ਬਾਅਦ ਇਹਨੂੰ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਦਿੱਤਾ ਗਿਆ। ਇਹ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ, ਮੰਨਿਆ ਜਾਂਦਾ। ਇਸ ਨੂੰ ਸਭ ਤੋਂ ਪਹਿਲਾਂ ਕਹਿ ਲਓ ਕਿ ਸਟਾਰਟਿੰਗ ਜਿਹੜੀ ਹੋ ਗਈ ਸੀ ਕਿ ਰਾਗਸ ਲਿਖਣ ਦੀ ਜਾਂ ਸ਼ਬਦ ਲਿਖਣ ਦੀ, ਉਹ ਸਾਰੇ ਸਲੋਕ ਲਿਖਣ ਦੀ, ਉਹ ਸਾਰੇ ਅਸੀਂ ਹੌਲੀ ਹੌਲੀ ਮਤਲਬ ਐਡਅਪ ਹੁੰਦੇ ਰਹੇ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਔਰਗਨਾਈਜ਼ ਕੀਤਾ ਸੀ। ਔਰਗਨਾਈਜ਼ ਕਰਕੇ ਇਹਦੇ ਵਿੱਚ ਜਿਹੜਾ ਆਪਣੇ ਕੁਐਸਚਨਸ ਬਣਦੇ ਵਿੱਚ ਲਿਆ, ਦੈਟ ਇਜ਼ ਕਿ ਇਹਦੇ ਵਿੱਚ 1430 ਪੇਜ ਨੇ, ਅਤੇ ਇਹਦੇ ਵਿੱਚ ਕਿਸੇ ਵੀ ਜਾਤ ਧਰਮ ਬਾਦ ਨਾ ਬਣਾਉਂਦੇ ਹੋਏ ਹਰੇਕ ਸੰਤ ਅਤੇ ਗੁਰੂ ਸਾਹਿਬਾਨ ਜੀ ਦੀ ਬਾਣੀ, ਹਿੰਦੂ ਵੀ ਨੇ, ਮੁਸਲਿਮ ਵੀ ਨੇ, ਸਿੱਖਸ ਵੀ ਨੇ,
ਉਸ ਤੋਂ ਬਾਅਦ ਜੋ ਵੀ ਜਾਤਾਂ ਪਾਤਾਂ ਨੂੰ ਛੱਡ ਕੇ ਕਬੀਰ ਸਾਹਿਬ ਵੀ ਨੇ, ਹੋਰ ਦੂਸਰੇ ਸ਼੍ਰੀ ਗੁਰੂ ਰਵਿਦਾਸ ਜੀ ਵੀ ਨੇ, ਇਹਨਾਂ ਸਾਰਿਆਂ ਦੀ ਬਾਣੀ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਸੀ। ਕਿਉਂਕਿ ਜਾਤੀ ਪ੍ਰਥਾ ਦਾ ਤਾਂ ਸਿੱਖ ਧਰਮ ਦੇ ਵਿੱਚ ਪਹਿਲਾਂ ਹੀ ਬੜਾ ਵਿਰੋਧ ਹੋ ਰਿਹਾ, ਕਿ ਸ਼ੁਰੂ ਤੋਂ ਹੀ ਕਿਹਾ ਗਿਆ ਕਿ ਜਾਤੀ ਧਰਮ, ਜਿੱਦਾਂ ਅਸੀਂ ਪਿੱਛੇ ਪੜ੍ਹਿਆ ਹੈ ਕਿ ਜਾਤ ਨੂੰ ਖਤਮ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਔਰਤਾਂ ਦੀ ਸਤੀ ਪ੍ਰਥਾ ਹੈ, ਇਹ ਸਾਰਿਆਂ ਨੂੰ ਖਤਮ ਕਰਨ ਦਾ ਇਹਦੇ ਵਿੱਚ ਚਲਨ ਸਾਡੇ 'ਚ ਪਹਿਲਾਂ ਹੀ ਰਿਹਾ ਹੈ। ਸੋ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗੁਰੂ ਸਾਹਿਬ ਜੀ ਨੇ ਬੜੇ ਧਿਆਨ ਦੇ ਨਾਲ ਸਭ ਕੁਝ ਸੋਚਦੇ ਸਮਝਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਅਤੇ ਫਿਰ ਜਪਜੀ ਸਾਹਿਬ, ਅਖੰਡ ਪਾਠ, ਇੱਦਾਂ ਦੇ ਜਿਹੜੇ ਪਾਠ ਦੇ ਯਾਦ ਕਿ 3 ਦਿਨ ਦੇ ਵਿੱਚ ਅਖੰਡ ਪਾਠ ਖਤਮ ਹੋਏਗਾ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੜੇ ਹੀ ਧਿਆਨਪੂਰਵਕ ਇਹਨਾਂ ਚੀਜ਼ਾਂ ਦੇ ਵਿੱਚ ਸ਼ੋਭਿਤ ਕੀਤੀਆਂ। ਦੀਜ਼ ਵਰ ਦਾ ਮੇਨ ਵਰਕ ਬਾਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੀ ਹੋਇਆ ਕਿ ਤਖਤਾਂ ਦੀ ਰਚਨਾ ਕੀਤੀ ਗਈ। ਤਖਤ ਜਿੱਦਾਂ ਕਿ 5 ਪਿਆਰੇ ਆ, ਇਸ ਤਰੀਕੇ ਨਾਲ ਸਾਡੇ 5 ਤਖਤ ਵੀ ਨੇ। 5 ਤਖਤਾਂ ਨੂੰ ਅਸੀਂ ਫੋਲੋ ਕਰਦੇ ਹੋਏ ਜਦੋਂ ਵੀ ਦੇਖਦੇ ਹਾਂ, ਸਾਡੇ ਕੋਲ ਸਟਾਰਟਿੰਗ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਜਿਹੜੇ ਰਾਇਲ ਥਰੋਨਸ ਨੇ, ਜਿਹਨੂੰ ਕਹਿੰਦੇ, ਜਿੱਥੇ ਗੁਰੂ ਸਾਹਿਬ ਜੀ ਕਾਫੀ ਦੇਰ ਰਹੇ ਵੀ ਆ, ਉੱਥੇ ਰਹਿ ਕੇ ਉਹਨਾਂ ਨੇ ਕਈ ਕੁਛ ਕੀਤਾ ਹੈ। ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ। ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਨੂੰ ਹੀ ਆਖਿਆ ਜਾਂਦਾ ਹੈ। ਅਤੇ ਇਹਦੇ ਵਿੱਚ ਕੀ ਹੈ ਕਿ ਮੋਸਟਲੀ ਜਿਹੜੇ ਸਿੱਖਾਂ ਦੇ ਨਾਲ ਫੈਸਲੇ ਆ ਕਿ ਇਕੱਠੇ ਬੈਠ ਕੇ 5 ਤਖਤਾਂ ਦੇ ਇਕੱਠੇ ਹੁੰਦੇ ਆ, ਬੈਠਦੇ ਆ, ਗੱਲ ਕਰਦੇ ਆ, ਅਤੇ ਬੈਠ ਕੇ ਕਹਿ ਲਓ ਕਿ ਇੱਕ ਸਲਾਹ ਕੀਤੀ ਜਾਂਦੀ ਹੈ ਕਿ ਹਾਂ ਖਾਲਸਾ ਪੰਥ ਦੇ ਰਿਗਾਰਡਿੰਗਲੀ ਅੱਗੇ ਕਿਹੜੇ ਪ੍ਰੋਗਰਾਮ ਹੋਣਗੇ, ਜਾਂ ਕੀ ਫੋਲੋਇੰਗ ਹੋਣਗੀਆਂ, ਜਾਂ ਅਸੀਂ ਕਿਹੜੀਆਂ ਵਿਚਾਰਧਾਰਾ ਨੂੰ ਹੁਣ ਫੋਲੋ ਕਰਨਾ ਹੈ। ਇਹ ਸਾਰਾ ਇਹਨਾਂ ਦੇ ਅੰਡਰ ਹੀ ਫੋਲੋ ਹੁੰਦਾ ਹੈ। ਅਗਲੇ ਜਿਹੜੇ ਸਾਡੇ ਕੋਲ ਤਖਤ ਆ ਅਕਾਲ ਤਖਤ ਸਾਹਿਬ ਤੋਂ ਬਾਅਦ, ਦੈਟ ਇਜ਼ ਤਖਤ ਸ਼੍ਰੀ ਦਮਦਮਾ ਸਾਹਿਬ। ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਦੇ ਨੇੜੇ ਆ। ਇੱਥੇ ਗੁਰੂ ਸਾਹਿਬ ਲਗਭਗ 1 ਸਾਲ ਜਿਹੜੇ ਸੀਗੇ ਉੱਥੇ ਸਟੇ ਕੀਤੇ ਸੀਗੇ। ਉੱਥੇ ਬੈਠ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ, ਉਹਨਾਂ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਜਿਹੜੀਆਂ ਬਾਣੀਆਂ ਸੀ, ਉਹਨਾਂ ਨੂੰ ਕਹਿ ਲਓ ਕਿ ਰਚਨਾਤਮਕ ਰੂਪ ਦੇ ਵਿੱਚ ਮਤਲਬ ਕਿ ਰਿਪਰਜੈਂਟ ਕਰਨਾ ਉਹਨਾਂ ਨੇ ਸਟਾਰਟ ਕੀਤਾ। ਫਿਰ ਇੱਥੇ ਬੈਠ ਕੇ ਉਹਨਾਂ ਨੇ ਗ੍ਰੰਥ ਸਾਹਿਬ ਨੂੰ ਚੰਗੇ ਤਰੀਕੇ ਨਾਲ ਰਿਜ਼ਾਈਡ ਕੀਤਾ। ਮੀਨਸ ਟੂ ਸੇ ਕਿ ਜਦੋਂ ਉੱਥੇ ਹੀ ਵਾਜ਼ ਰਿਜ਼ਾਈਡਿੰਗ ਦੇਅਰ, ਜਦੋਂ ਉੱਥੇ ਰਹਿ ਰਹੇ ਸਨ, ਫਿਰ ਉਹਨਾਂ ਨੇ ਗ੍ਰੰਥ ਸਾਹਿਬ ਦੇ ਉੱਤੇ ਕਾਫੀ ਕੰਮ ਕੀਤਾ ਅਤੇ ਕਹਿ ਲਓ ਕਿ ਰਚਨਾਵਾਂ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਅਣਭੋਲ ਬੱਚੇ ਆ ਅਸੀਂ ਉਹਨਾਂ ਸਾਰਿਆਂ ਦੇ, ਸਾਨੂੰ ਉਹਨਾਂ ਦੀਆਂ ਜਿਹੜੀਆਂ ਡੀਡਸ ਨੇ, ਉਹਨਾਂ ਦੇ ਜਿਹੜੇ ਅੱਜ ਦਿੱਤੇ ਹੋਏ ਬਚਨ ਨੇ, ਚੰਗੇ ਤਰੀਕੇ ਦੇ ਨਾਲ ਸਮਝ ਨਾ ਰਹੇ। ਇੱਕ ਗੱਲ ਦਾ ਯਾਦ ਰੱਖਣਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਸ਼ਬਦ ਜਾਂ ਵਿਚਾਰ ਵਿੱਚ ਨਹੀਂ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ। ਕੇਸਗੜ੍ਹ ਸਾਹਿਬ ਦੀ ਬੜੀ ਮਹੱਤਤਾ ਹੈ। ਕੇਸਗੜ੍ਹ ਸਾਹਿਬ ਦੀ ਮਹੱਤਤਾ ਦਾ ਕਾਰਨ ਇਹ ਹੈ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਕਾਫੀ ਦੇਰ ਰਹੇ ਆ, ਲਗਭਗ 25 ਸਾਲ ਇੱਥੇ ਉਹ ਰਹੇ ਨੇ। ਅਤੇ ਉਸ ਤੋਂ ਬਾਅਦ ਕਿ ਇੱਥੇ ਹੀ ਮੇਨ ਜਿਹੜਾ ਕਿ ਆਪਾਂ ਸਟੋਰੀ ਵੀ ਸੁਣੀ ਹੈ, ਰੰਗਰੇਟਾ ਗੁਰੂ ਕਾ ਬੇਟਾ, ਉਹਨਾਂ ਦਾ ਸੀਸ ਵੀ ਦਿੱਲੀ ਚੌਂਕ ਤੋਂ ਬਾਅਦ ਇੱਥੇ ਹੀ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਅਤੇ ਉਸ ਤੋਂ ਬਾਅਦ ਇਹ ਕਹਿ ਲਓ ਕਿ ਇਹ ਖਾਲਸਾ ਪੰਥ ਦੀ ਸਥਾਪਨਾ ਵੀ ਜਿਹੜੀ ਆ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਹੋਈ ਸੀਗੀ 1699 ਦੇ ਵਿੱਚ, ਜਦੋਂ ਵਿਸਾਖੀ ਦਾ ਤਿਉਹਾਰ ਆਇਆ ਸੀਗਾ। ਅਤੇ ਉਸ ਤੋਂ ਬਾਅਦ 10ਵੇਂ ਗੁਰੂ ਜਿਹੜੇ ਸਾਡੇ ਸੀਗੇ, ਉਹਨਾਂ ਨੇ ਕਾਫੀ ਇੱਥੇ ਰਿਜ਼ਾਈਡ ਵੀ, ਮਤਲਬ ਜ਼ਿਆਦਾਤਰ ਲੜਾਈਆਂ ਵੀ ਇਹਨਾਂ ਦੇ ਆਲੇ ਦੁਆਲੇ ਹੀ ਹੋਈਆਂ ਨੇ, ਕਿ ਜਿਹੜੇ ਛੋਟੇ ਛੋਟੇ ਆਪਾਂ ਪਿੰਡ ਪਿੱਛੇ ਪੜ੍ਹੇ ਨੇ, ਉਹ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਹੀ ਸਾਨੂੰ ਸਾਰੇ ਦੇ ਸਾਰੇ ਮਿਲ ਜਾਂਦੇ ਨੇ। ਉਸ ਤੋਂ ਬਾਅਦ ਤਖਤ ਸ਼੍ਰੀ ਹਜ਼ੂਰ ਸਾਹਿਬ। ਹਜ਼ੂਰ ਸਾਹਿਬ ਨੰਦੇੜ ਵਿਖੇ ਹੈ। ਇੱਥੇ ਵੀ ਗੁਰੂ ਸਾਹਿਬ ਗਏ ਸੀਗੇ, ਕਿ ਜਿੱਥੇ ਗੁਰੂ ਸਾਹਿਬ ਜੀ ਦਾ ਅਕਾਲ ਚਲਾਣਾ ਹੋਇਆ ਸੀਗਾ। ਜਦੋਂ ਲੜਾਈ ਤੋਂ ਬਾਅਦ ਗੁਰੂ ਸਾਹਿਬ ਜੀ ਨੰਦੇੜ ਗਏ, ਉੱਥੇ ਰੁਕੇ, ਤਾਂ ਉਹਨਾਂ ਨੂੰ ਚਾਕੂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ। ਗੁਰੂ ਸਾਹਿਬ ਜ਼ਖਮਾਂ ਨਾਲ ਲੜਦੇ ਰਹੇ, ਪਰ ਫਿਰ ਵੀ ਉਹਨਾਂ ਦਾ ਥੋੜ੍ਹੀ ਦੇਰ ਬਾਅਦ ਅਕਾਲ ਚਲਾਣਾ ਹੋ ਗਿਆ ਸੀਗਾ। ਅਤੇ ਉਸ ਜਗ੍ਹਾ ਦੇ ਉੱਤੇ ਤਖਤ ਸ਼੍ਰੀ ਨੰਦੇੜ ਸਾਹਿਬ ਵੀ ਹੈ। ਅਤੇ ਉਸ ਤੋਂ ਬਾਅਦ ਉੱਥੇ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ 1830 ਦੇ ਵਿੱਚ ਜਾ ਕੇ ਉਸ ਦੀ ਰਚਨਾ ਕੀਤੀ ਸੀਗੀ। ਮੀਨਸ ਪਹਿਲਾਂ ਵੀ ਇੱਕ ਪਲੇਸ ਸੀਗੀ, ਪਲੇਸ ਨੂੰ ਲੋਕ ਜਾਂਦੇ ਸੀਗੇ ਅਤੇ ਉੱਥੇ ਦੇਖ ਕੇ ਦਰਸ਼ਨ ਕਰਕੇ ਆਉਂਦੇ, ਪਰ ਚੰਗੀ ਤਰੀਕੇ ਨਾਲ ਆਪਣੇ ਪੈਸਿਆਂ ਦੇ ਨਾਲ ਕਹਿ ਲਓ ਗੁਰਦੁਆਰਾ ਸਾਹਿਬ ਦੀ ਰਚਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੀ ਸੀ। ਉਸ ਤੋਂ ਬਾਅਦ ਅੱਗੇ ਆ ਜਾਂਦਾ ਤਖਤ ਸ਼੍ਰੀ ਪਟਨਾ ਸਾਹਿਬ, ਜਿੱਥੇ ਗੁਰੂ ਸਾਹਿਬ ਜੀ ਦਾ ਬਰਥ ਹੋਇਆ ਸੀ। ਮੋਸਟਲੀ ਸਾਰੇ ਦੇ ਸਾਰੇ ਤਖਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਿਲੇਟਡ ਨੇ। ਸੋ ਇਹ ਵੀ ਸਾਡੇ ਕੋਲ ਇੰਪੋਰਟੈਂਟ ਥਾਟ ਹੈ, ਅਸੀਂ ਯਾਦ ਰੱਖਣੀ ਹੈ ਕਿ ਕਿੱਥੇ ਕਿੱਥੇ ਗੁਰੂ ਸਾਹਿਬ ਜੀ ਨੇ ਕੰਮ ਕੀਤੇ ਆ। ਉੱਥੇ ਸਾਡੇ ਮੇਨ 5 ਤਖਤ ਲਾਏ ਨੇ। ਸਿਰਫ ਇੱਕ ਹਰਿਮੰਦਰ ਸਾਹਿਬ ਹੈ ਜੋ ਗੁਰੂ ਰਾਮਦਾਸ ਜੀ ਦੇ ਦੁਆਰਾ ਰਚਨਾ ਕੀਤੀ ਗਈ ਸੀਗੀ। ਗੁਰੂ ਸਾਹਿਬ ਜੀ ਹਰਿਮੰਦਰ ਸਾਹਿਬ ਹਮੇਸ਼ਾ ਗਏ ਨੇ, ਇਹ ਨਹੀਂ ਹੈ ਕਿ ਕਦੀ ਗਏ ਨਹੀਂ, ਪਰ ਉਹ ਮੇਨ ਦਰਬਾਰ ਸਾਹਿਬ ਨੂੰ ਨਹੀਂ ਕਦੀ ਗਏ ਸੀਗੇ। ਉਹ ਵੀ ਸਟੋਰੀ ਅਸੀਂ ਸਾਰਿਆਂ ਨੇ ਸੁਣੀ ਹੋਈ ਆ, ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਅਤੇ ਉੱਥੇ ਬੈਠੇ ਸੀਗੇ, ਰੁਕੇ ਵੀ ਆ ਬਾਹਰ, ਪਰ ਉਹਨਾਂ ਨੇ ਉਹਨੂੰ ਤਖਤ ਦਾ ਨਾਮ ਜ਼ਰੂਰ ਦਿੱਤਾ। ਬਾਅਦ 'ਚ ਤਖਤ ਡਿਵੈਲਪ ਹੋਇਆ, ਬਣਿਆ। ਅਤੇ ਜੋ ਮੈਨੂੰ ਪਤਾ ਹੈ, ਮੈਂ ਐਵੇਂ ਕਿਸੇ ਇਤਿਹਾਸਕਾਰ ਨੂੰ ਗਲਤ ਨਹੀਂ ਕਹਿਣਾ ਚਾਹੁੰਦਾ, ਜੋ ਮੈਂ ਅੱਜ ਤੱਕ ਸੁਣਿਆ ਜਾਂ ਪਾਠੀਆਂ ਤੋਂ ਜਾਂ ਸੁਣਿਆ, ਕਿ ਗੁਰੂ ਸਾਹਿਬ ਜੀ ਅੰਦਰ ਸੁਨਹਿਰੇ ਮੰਦਿਰ ਦੇ ਅੰਦਰ ਨਹੀਂ ਗਏ ਹੈਗੇ। ਮੋਹਰੇ ਸਾਹਮਣੇ ਜਿਹੜਾ ਹੈਗਾ ਆ
ਉੱਥੇ ਉਹ ਬੈਠਦੇ ਸੀਗੇ, ਜਾਂਦੇ ਸੀਗੇ, ਲੇਕਿਨ ਉਹਨਾਂ ਦਾ ਇਹ ਸੋਚਣਾ ਸੀਗਾ ਕਿ ਜਿੱਥੇ ਮੇਰੇ ਪਿਤਾ ਜੀ ਨੂੰ ਐਂਟਰ ਕਰਨ ਨਹੀਂ ਦਿੱਤਾ ਗਿਆ, ਜਦੋਂ ਗੁਰੂ ਲਾਬੋਰੇ ਵਾਲੀ ਸਟੋਰੀ ਹੋਈ ਸੀ, ਤੁਸੀਂ ਉਹ ਸਾਰੀ ਸਟੋਰੀ ਸੁਣ ਸਕਦੇ ਆ, ਤੁਹਾਨੂੰ YouTube 'ਤੇ ਇੰਟਰਨੈਟ 'ਤੇ ਜਾਂ ਸਟੋਰੀਜ਼ ਦੇ ਵਿੱਚ ਮਿਲ ਜਾਏਗਾ। ਆਪਣੇ ਨਾਲ ਸਟੱਡੀ ਨਾਲ ਰਿਲੇਟਡ ਨਹੀਂ ਹੈ, ਸੋ ਮੈਂ ਡਿਟੇਲ 'ਚ ਨਹੀਂ ਜਾਊਂਗਾ। ਅੱਗੇ ਤਖ਼ਤ ਸ਼੍ਰੀ ਪਟਨਾ ਸਾਹਿਬ ਜਿਹੜਾ ਸਾਡੇ ਕੋਲ ਹੈ, ਇਹ ਪਟਨਾ ਵਿਖੇ ਸਟੇਬਲ ਹੈ, ਕਿਉਂਕਿ ਗੁਰੂ ਸਾਹਿਬ ਜੀ ਦਾ ਉੱਥੇ ਬਰਥ ਹੋਇਆ ਸੀਗਾ ਅਤੇ ਉੱਥੇ ਵੀ ਗੁਰਦੁਆਰਾ ਸਾਹਿਬ ਸਾਡੇ ਕੋਲ ਬਣਿਆ ਹੋਇਆ ਹੈ। ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਪੇਪਰ ਲਈ ਇੰਪੋਰਟੈਂਟ ਕੁਐਸਚਨ ਇਹ ਬਣਦਾ ਨੇ ਕਿ 5 ਤਖ਼ਤ ਨੇ, ਇਹਨਾਂ 5 ਤਖ਼ਤਾਂ ਦੇ ਉੱਤੇ ਕੌਣ ਵਿਰਾਜਮਾਨ ਹੈ ਅਤੇ ਇਹਨਾਂ ਦੇ ਜਥੇਦਾਰ ਕੌਣ ਨੇ। ਸੋ ਜੇ ਅਸੀਂ ਸਟਾਰਟਿੰਗ ਨਾਲ ਗੱਲ ਕਰੀਏ ਤਾਂ ਅਸੀਂ ਕਹਿ ਲਈਏ ਕਿ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਡੇ ਜਿਹੜੇ ਕਹਿ ਲਓ ਕਿ ਫॉर ਦਾ ਟਾਈਮ ਵੀ ਜਿਹੜੇ ਹੈਗੇ ਨੇ ਕਿ 2015 ਤੋਂ ਜਿਹੜੇ ਸਾਡੇ ਹੈੱਡ ਨੇ ਉਹ ਹੈਗੇ ਨੇ ਧਿਆਨ ਸਿੰਘ ਜੀ ਮੰਡ, ਜੋ ਸਰਬੱਤ ਖਾਲਸਾ ਗਰੁੱਪ ਦੇ ਬਿਲੋਂਗ ਕਰਦੇ ਨੇ। ਉਹਨਾਂ ਦੇ 2015 ਤੋਂ ਇਸੇ ਚੀਜ਼ ਨੇ, ਪਰ ਐਕਟਿੰਗ ਜਿਹੜੇ ਸਾਡੇ ਕੋਲ ਹੈਗੇ ਨੇ ਦੈਟ ਇਜ਼ ਗਿਆਨੀ ਸ਼੍ਰੀ ਹਰਪ੍ਰੀਤ ਸਿੰਘ ਜੀ, ਉਹ ਹਰਿਮੰਦਰ ਸਾਹਿਬ ਦੇ ਵਿੱਚ ਵੀ ਨੇ। ਅਤੇ ਯਾਦ ਰੱਖਣਾ ਕਿ ਸਾਡੇ ਕੋਲ ਜਿਹੜੇ ਇੱਕ ਹੋਰ ਤਖ਼ਤ ਦੇ ਵੀ ਨੇ, ਉਹਨਾਂ ਦਾ ਨਾਮ ਮੈਂ ਹੁਣੇ ਤੁਹਾਨੂੰ ਥੋੜ੍ਹੀ ਦੇਰ ਵਿੱਚ ਦੱਸੂਗਾ। ਸਭ ਤੋਂ ਐਂਡ ਦੇ ਵਿੱਚ ਹੈ ਬਠਿੰਡਾ ਦੇ ਵਿਖੇ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗਿਆਨੀ ਰਘਬੀਰ ਸਿੰਘ ਜੀ ਸਾਡੇ ਜਥੇਦਾਰ ਨੇ। ਉਸ ਤੋਂ ਬਾਅਦ ਅੱਗੇ ਸਾਡੇ ਕੋਲ ਆ ਜਾਂਦਾ ਹੈ ਕਿ ਪਟਨਾ ਸਾਹਿਬ ਵਿਖੇ ਸਾਡੇ ਕੋਲ ਗਿਆਨੀ ਰਣਜੀਤ ਸਿੰਘ ਜੀ ਨੇ। ਅਤੇ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਹਜ਼ੂਰ ਸਾਹਿਬ ਵਿਖੇ ਸਾਡੇ ਕੋਲ ਸੰਤ ਬਾਬਾ ਕੁਲਵੰਤ ਸਿੰਘ ਜੀ ਸਾਡੇ ਉੱਥੇ ਤਖ਼ਤ ਦੇ ਜਥੇਦਾਰ ਨੇ। ਅਤੇ ਦਮਦਮਾ ਸਾਹਿਬ ਵਿਖੇ ਬਠਿੰਡਾ, ਹੁਣੇ ਮੈਂ ਪਹਿਲਾਂ ਬੋਲਿਆ ਸੀ, ਇੱਥੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਹਨ, ਜੋ ਕਿ ਐਕਟਿੰਗ ਬਠਿੰਡਾ ਦੇ ਇੱਥੇ ਬਠਿੰਡੇ ਵਿਖੇ ਕੱਲ੍ਹ ਦਮਦਮਾ ਸਾਹਿਬ ਵਿਖੇ ਵੀ ਇਹ ਹੋਈ ਨੇ। ਅਤੇ ਨਾਲੋਂ ਨਾਲ ਉੱਪਰ ਜਿਹੜੇ ਸਾਡੇ ਕੋਲ ਹਰਿਮੰਦਰ ਸਾਹਿਬ ਹੈ ਜਾਂ ਕੇਸਗੜ੍ਹ ਸਾਹਿਬ ਹੈ, ਉੱਥੇ ਵੀ ਸਰਦਾਰ ਹਰਪ੍ਰੀਤ ਸਿੰਘ ਜੀ ਹੀ ਸਾਡੇ ਕਹਿ ਲਓ ਕਿ ਜਥੇਦਾਰ ਨੇ। ਇਹ ਵੀਡੀਓ ਇੱਥੇ ਖਤਮ ਹੁੰਦੀ ਹੈ ਕਿ ਆਪਾਂ ਟੂ ਦਾ ਪੁਆਇੰਟ ਜਿਹੜੇ ਆ ਕਿ ਕੁਐਸਚਨ ਵਾਈਜ਼ ਆਪਾਂ ਟੌਪਿਕ ਨੂੰ ਕਵਰ ਕਰ ਲਿਆ। ਮੈਨੂੰ ਮੈਸੇਜ ਆਇਆ ਸੀਗਾ ਕਿ ਨੋਟਸ ਦੇ ਵਾਸਤੇ, ਜੀ ਮੈਂ ਸਾਰੇ ਦੇ ਸਾਰੇ ਨੋਟਸ ਆਪਣੇ ਟੈਲੀਗ੍ਰਾਮ ਚੈਨਲ ਉੱਤੇ ਪਾ ਰਿਹਾ। ਮੈਂ ਅੱਜ ਚੈਨਲ ਬਣਾ ਕੇ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਟੈਲੀਗ੍ਰਾਮ ਲਿੰਕ ਲਿਖ ਦੂੰਗਾ, ਜਿੱਥੇ ਤੁਹਾਨੂੰ ਮੇਰੇ ਵਾਲੇ ਜਿਹੜੇ ਨੋਟਸ ਆ ਮਿਲ ਸਕਦੇ ਆ। ਵੀਡੀਓ ਤੋਂ ਪੜ੍ਹਨਾ ਚਾਹੋ ਪੜ੍ਹ ਲਓ, ਨੋਟਸ ਬਣਾਉਣਾ ਚਾਹੋ ਖੁਦ ਥੋੜ੍ਹੇ ਜਿਹੇ। ਮੈਂ ਤਾਂ ਇਹ ਪ੍ਰੈਫਰੈਂਸ ਦਊਂਗਾ ਕਿ ਮੈਂ ਇਹ ਨੋਟਸ ਬਣਾਉਣ ਦਾ ਕਾਰਨ ਇਹ ਹੈ ਕਿ ਮੇਰੀ ਵੀ ਪ੍ਰੈਕਟਿਸ ਹੁੰਦੀ ਹੈ ਕਿ ਮੈਂ ਖੁਦ ਆਪ ਬਣਾਉਣਾ, ਫਿਰ ਉਸ ਤੋਂ ਬਾਅਦ ਆਪ ਬਣਾ ਕੇ ਉਹਨੂੰ ਆਪਣੇ ਜਿਹੜੇ ਲਿਖੇ ਹੋਏ ਆ ਜਾਂ ਅਸੀਂ PDF ਡਾਊਨਲੋਡ ਕਰਦੇ ਹਾਂ, ਕਿਉਂਕਿ ਮੇਰੇ ਹਿਸਾਬ ਨਾਲ ਫੋਨ ਦੇ ਉੱਤੇ ਉਹ ਲੈਵਲ 'ਤੇ ਪੜ੍ਹਿਆ ਨਹੀਂ ਜਾਂਦਾ ਜੋ ਪੇਪਰ ਪੈਨ ਨਾਲ ਪੜ੍ਹਿਆ ਜਾਂਦਾ। ਸੋ ਕੋਸ਼ਿਸ਼ ਕਰੋ ਕਿ ਨੋਟਸ ਬਣਾਓ ਅਤੇ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਜੇ ਕੋਈ ਲੱਗਦਾ ਹੈ ਕਿ ਵਿੱਚ ਕੋਈ ਚੀਜ਼ ਐਡਿਟ ਕਰਨ ਵਾਲੀ ਹੈ ਜਾਂ ਕੁਛ ਵੀ ਹੈ ਤਾਂ ਪਲੀਜ਼ ਮੈਨੂੰ ਦੱਸੋ। ਇਸ ਤੋਂ ਬਾਅਦ ਅਗਲੀ ਵੀਡੀਓ ਅੱਜ ਸ਼ਾਮ ਤੱਕ ਤੁਹਾਨੂੰ ਮਿਲ ਜਾਏਗੀ ਬੈਂਕਿੰਗ ਸਿਸਟਮ ਦੇ ਉੱਤੇ, ਇੰਡੀਅਨ ਬੈਂਕਿੰਗ ਸਿਸਟਮ ਦੇ ਉੱਤੇ ਅਸੀਂ ਗੱਲ ਕਰਾਂਗੇ। ਉਹਦੀ ਮੈਂ PDF ਤਿਆਰ ਕਰ ਰਿਹਾ, ਤਾਂ ਆਪਾਂ ਸ਼ਾਮ ਨੂੰ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਥੈਂਕ ਯੂ ਜੀ।